ਅਮਨ ਨੇ ਹਾਲ ਹੀ ਵਿੱਚ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਕਾਲਜ ਕੈਂਪਸ ਪਲੇਸਮੈਂਟ ਦੁਆਰਾ ਇੱਕ ਨਵੀਂ ਨੌਕਰੀ ਲਈ ਨਿਯੁਕਤ ਕੀਤਾ ਗਿਆ ਹੈ। ਉਸ ਨੂੰ ਆਪਣਾ ਆਫਰ ਲੈਟਰ ਮਿਲ ਗਿਆ ਹੈ ਅਤੇ ਹੁਣ ਉਹ ਆਪਣਾ ਕੈਰੀਅਰ ਸ਼ੁਰੂ ਕਰਨ ਜਾ ਰਿਹਾ ਹੈ। ਅਮਨ ਨੇ ਆਪਣੇ ਦੋਸਤ ਸੁਧੀਰ ਨਾਲ ਸੰਪਰਕ ਕੀਤਾ, ਉਸ ਨੂੰ ਪੇਸ਼ਕਸ਼ ਪੱਤਰ ਦਿਖਾਇਆ ਅਤੇ ਟੈਕਸ ਅਤੇ ਨਿਵੇਸ਼ ਬਾਰੇ ਕੁਝ ਮਾਰਗਦਰਸ਼ਨ ਮੰਗਿਆ। ਸੁਧੀਰ ਨੇ ਉਸ ਨਾਲ ਇਨਕਮ ਟੈਕਸ ਬਾਰੇ ਕੁਝ ਜਾਣਕਾਰੀ ਸਾਂਝਾ ਕਰਦਿਆਂ ਖੁਸ਼ੀ ਮਹਿਸੂਸ ਕੀਤੀ। ਸੁਧੀਰ ਨੇ ਅਮਨ ਨੂੰ ਵੱਖ-ਵੱਖ ਕਿਸਮਾਂ ਦੇ ਟੈਕਸ ਦਾਤਿਆਂ ਬਾਰੇ ਦੱਸਦਿਆਂ ਦੱਸਿਆ ਕਿ ਇਨਕਮ ਟੈਕਸ ਐਕਟ 1961 ਨੇ ਵੱਖ-ਵੱਖ ਕਿਸਮਾਂ ਦੇ ਟੈਕਸ ਦਾਤਿਆਂ ਨੂੰ ਸ਼੍ਰੇਣੀਬੱਧ ਕੀਤਾ ਹੈ। ਵਿਅਕਤੀ, ਹਿੰਦੂ ਅਣਵੰਡਿਆ ਪਰਿਵਾਰ, ਵਿਅਕਤੀਆਂ ਦੀ ਐਸੋਸੀਏਸ਼ਨ, ਵਿਅਕਤੀਆਂ ਦਾ ਸਰੀਰ, ਫਾਰਮਾਂ ਅਤੇ ਕੰਪਨੀਆਂ। ਇਨ੍ਹਾਂ ਕਿਸਮਾਂ ਤੋਂ ਇਲਾਵਾ ਇਨਕਮ ਟੈਕਸ ਐਕਟ 1961 ਨੇ ਟੈਕਸ ਦਾਤਾਵਾਂ ਦੀਆਂ ਕਿਸਮਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਸਥਿਤੀ ਦੇ ਆਧਾਰ ਤੇ ਸ਼੍ਰੇਣੀਬੱਧ ਕੀਤਾ ਹੈ। ਨਿਵਾਸੀ, ਨਿਵਾਸੀ ਅਤੇ ਆਮ ਨਿਵਾਸੀ, ਨਿਵਾਸੀ ਅਤੇ ਆਮ ਨਿਵਾਸੀ ਨਹੀਂ, ਗੈਰ ਨਿਵਾਸੀ। ਸੁਧੀਰ ਨੇ ਅੱਗੇ ਦੱਸਿਆ ਕਿ ਨਿਵਾਸੀ ਭਾਰਤੀ ਸ਼੍ਰੇਣੀ ਨੂੰ ਉਮਰ ਸਮੂਹਾਂ ਦੇ ਆਧਾਰ ਤੇ ਅੱਗੇ ਵੰਡਿਆ ਗਿਆ ਹੈ। 60 ਸਾਲ ਤੋਂ ਘੱਟ ਉਮਰ ਦੇ ਵਿਅਕਤੀ, 60 ਸਾਲ ਤੋਂ ਵੱਧ ਪਰ 80 ਸਾਲ ਤੋਂ ਘੱਟ ਉਮਰ ਦੇ ਵਿਅਕਤੀ, 80 ਸਾਲ ਤੋਂ ਵੱਧ ਉਮਰ ਦੇ ਵਿਅਕਤੀ। ਸੁਧੀਰ ਨੇ ਫਿਰ ਅਮਰ ਨੂੰ ਸਮਝਾਇਆ ਕਿ ਉਹ ਵਿਅਕਤੀਗਤ ਕਿਸਮ ਦੇ ਟੈਕਸ ਦਾਤਾ 60 ਸਾਲ ਤੋਂ ਘੱਟ ਉਮਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਸੁਧੀਰ ਨੇ ਇਨਕਮ ਟੈਕਸ ਬਾਰੇ ਕੁਝ ਆਮ ਨੁਕਤਿਆਂ ਦੀ ਹੋਰ ਵਿਆਖਿਆ ਕੀਤੀ। ਟੈਕਸ ਦਾਤਾ ਦੀ ਕਿਸਮ ਤੇ ਨਿਰਭਰ ਕਰਦੇ ਹੋਏ ਇਨ੍ਹਾਂ ਟੈਕਸ ਦਾਤਿਆਂ ਵਿੱਚੋਂ ਹਰੇਕ ਤੇ ਵੱਖਰੇ ਤੌਰ ਤੇ ਟੈਕਸ ਲਗਾਇਆ ਜਾਂਦਾ ਹੈ। ਵਿਅਕਤੀਗਤ, ਹਿੰਦੂ ਯੂਨਾਈਟਿਡ ਫੈਮਿਲੀ, ਐਸੋਸੀਏਸ਼ਨ ਆਫ ਪੀਪਲ ਅਤੇ ਬਾਡੀ ਆਫ ਇੰਡੀਵਿਜੂਅਲ ਟੈਕਸ ਦਾਤਾਵਾਂ ਤੇ ਟੈਕਸ ਉਨ੍ਹਾਂ ਦੀ ਆਮਦਨੀ ਸਲੈਬ ਦੇ ਆਧਾਰ ਤੇ ਲਗਾਇਆ ਜਾਂਦਾ ਹੈ, ਜਦੋਂ ਕਿ ਕਾਰੋਬਾਰਾਂ ਅਤੇ ਭਾਰਤੀ ਕੰਪਨੀਆਂ ਦੇ ਟੈਕਸਯੋਗ ਲਾਭਾਂ ਤੇ ਟੈਕਸ ਦੀ ਇੱਕ ਨਿਸ਼ਚਿਤ ਦਰ ਦੀ ਗਣਨਾ ਕੀਤੀ ਜਾਂਦੀ ਹੈ। ਲੋਕਾਂ ਦੀ ਆਮਦਨ ਨੂੰ ਟੈਕਸ ਬ੍ਰੈਕਟਾਂ ਜਾਂ ਟੈਕਸ ਸਲੈਬਾਂ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦੇ ਸਲੈਬ ਦੇ ਆਧਾਰ ਤੇ ਟੈਕਸ ਲਗਾਇਆ ਜਾਂਦਾ ਹੈ ਅਤੇ ਟੈਕਸ ਦੀ ਦਰ ਟੈਕਸ ਸਲੈਬ ਦੇ ਅਨੁਸਾਰ ਬਦਲੀ ਜਾਂਦੀ ਹੈ। ਜਿਸ ਦਰ ਤੇ ਆਮਦਨ ਤੇ ਟੈਕਸ ਲਗਾਇਆ ਜਾਂਦਾ ਹੈ, ਉਹ ਆਮਦਨ ਦੇ ਸਿੱਧੇ ਅਨੁਪਾਤ ਵਿੱਚ ਵੱਧਦਾ ਹੈ। ਸੁਧੀਰ ਨੇ ਅਮਨ ਨੂੰ ਸਮਝਾਇਆ ਕਿ ਇਨਕਮ ਟੈਕਸ ਐਕਟ 1961 ਦੇ ਅਨੁਸਾਰ ਕਿਸੇ ਦੀ ਆਮਦਨ ਦੇ ਸਰੋਤਾਂ ਨੂੰ 5 ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਤਨਖਾਹ ਤੋਂ ਆਮਦਨ, ਘਰ ਦੀ ਜਾਇਦਾਦ ਤੋਂ ਆਮਦਨ, ਵਪਾਰ ਲਾਭ ਤੋਂ ਆਮਦਨ, ਨਿਵੇਸ਼ ਯਾਨੀ ਪੂੰਜੀ ਸੰਪਤੀਆਂ ਤੋਂ ਆਮਦਨ ਅਤੇ ਹੋਰ ਸਰੋਤਾਂ ਤੋਂ ਆਮਦਨ। ਸੁਧੀਰ ਨੇ ਅਮਨ ਨੂੰ ਪੁੱਛਿਆ, ਤਾਂ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਕਿਸ ਕਿਸਮ ਦਾ ਇਨਕਮ ਟੈਕਸ ਅਦਾ ਕਰੋਗੇ? ਅਮਨ ਨੇ ਜਵਾਬ ਦਿੱਤਾ, ਹਾਂ, ਜੋ ਟੈਕਸ ਮੈਂ ਅਦਾ ਕਰਾਂਗਾ ਉਹ ਤਨਖਾਹ ਤੋਂ ਆਮਦਨ ਲਈ ਹੋਵੇਗਾ। ਸੁਧੀਰ ਨੇ ਅਮਨ ਨੂੰ ਕਿਹਾ, ਮੈਂ ਤੁਹਾਨੂੰ ਆਮਦਨ ਦੀਆਂ ਹੋਰ ਸ਼੍ਰੇਣੀਆਂ ਬਾਰੇ ਵੀ ਥੋੜ੍ਹਾ ਸਮਝਾਵਾਂਗਾ। ਮਕਾਨ ਦੀ ਜਾਇਦਾਦ ਨੂੰ ਕਿਰਾਏ ਦੇ ਦੇਣ ਤੋਂ ਪ੍ਰਾਪਤ ਆਮਦਨ, ਆਮਦਨ ਦੇ ਇਸ ਸਿਰਲੇਖ ਅਧੀਨ ਟੈਕਸਯੋਗ ਹੈ। ਲੋਕਾਂ ਜਾਂ ਪੇਸ਼ੇਵਰਾਂ ਦੁਆਰਾ ਕਮਾਇਆ ਮੁਨਾਫਾ ਜੋ ਸਵੈ ਰੁਜ਼ਗਾਰ ਹਨ ਜਾਂ ਆਪਣਾ ਕਾਰੋਬਾਰ ਚਲਾ ਰਹੇ ਹਨ, ਇਸ ਸਿਰਲੇਖ ਅਧੀਨ ਟੈਕਸਯੋਗ ਹਨ। ਜ਼ਮੀਨ, ਸ਼ੇਅਰ, ਗਹਿਣੇ, ਘਰ ਦੀ ਜਾਇਦਾਦ ਵਰਗੀ ਪੂੰਜੀ ਸੰਪੱਤੀ ਦੀ ਵਿਕਰੀ ਤੋਂ ਲਾਭ, ਪੂੰਜੀ ਲਾਭ ਸਿਰਲੇਖ ਅਧੀਨ ਟੈਕਸਯੋਗ ਹੈ। ਉੱਪਰ ਦੱਸੇ ਤੋਂ ਇਲਾਵਾ ਹੋਰ ਸਰੋਤਾਂ ਤੋਂ ਆਮਦਨ ਜਿਵੇਂ ਕਿ ਬੈਂਕ ਵਿਆਜ, ਫਿਕਸ ਡਿਪਾਜ਼ਿਟ, ਲਾਟਰੀਆਂ ਆਦਿ ਤੇ ਕਮਾਈ ਹੋਰ ਸਰੋਤਾਂ ਤੋਂ ਆਮਦਨ ਦੇ ਸਿਰਲੇਖ ਅਧੀਨ ਟੈਕਸਯੋਗ ਹੈ। ਅੱਗੇ ਸੁਧੀਰ ਨੇ ਅਮਨ ਨੂੰ ਸਮਝਾਇਆ ਕਿ ਇਨਕਮ ਟੈਕਸ ਭੁਗਤਾਨ ਵਿਧੀ ਦੀਆਂ 4 ਕਿਸਮਾਂ ਹਨ: ਸਰੋਤ ਤੇ ਕਟੌਤੀ ਕੀਤੀ ਗਈ ਟੈਕਸ, ਜਿੱਥੇ ਭੁਗਤਾਨਕਰਤਾ ਤਨਖਾਹ ਦੀ ਤਰ੍ਹਾਂ ਆਮਦਨ ਦੇ ਪ੍ਰਾਪਤਕਰਤਾ ਨੂੰ ਭੁਗਤਾਨ ਕਰਨ ਦੇ ਸਮੇਂ ਟੈਕਸ ਦੀ ਕਟੌਤੀ ਕਰਦਾ ਹੈ। ਐਡਵਾਂਸ ਟੈਕਸ, ਜਿੱਥੇ ਆਮਦਨ ਟੈਕਸ ਦੇਣਕਾਰੀ ਇੱਕ ਨਿਸ਼ਚਿਤ ਰਕਮ ਤੋਂ ਵੱਧ ਹੋਣ ਤੇ ਟੈਕਸ ਪਹਿਲਾਂ ਤੋਂ ਅਦਾ ਕੀਤਾ ਜਾਂਦਾ ਹੈ। ਸਵੈ ਮੁਲਾਂਕਣ ਟੈਕਸ, ਇਹ ਕੁੱਲ ਆਮਦਨ ਦਾ ਦੇਣਦਾਰੀ ਤੋਂ ਐਡਵਾਂਸ ਟੈਕਸ ਅਤੇ TDS ਨੂੰ ਘਟਾਉਣ ਤੋਂ ਬਾਅਦ ਗਣਨਾ ਕੀਤੀ ਗਈ ਟੈਕਸ ਰਕਮ ਹੈ। ਭੁਗਤਾਨ ਸਹੂਲਤ, ਇੰਟਰਨੈਟ ਬੈਂਕਿੰਗ ਸਹੂਲਤ ਵਾਲੇ ਸਾਰੇ ਟੈਕਸ ਦਾਤਾਵਾਂ ਲਈ ਐਡਵਾਂਸ ਟੈਕਸ, ਸਵੈ ਮੁਲਾਂਕਣ ਟੈਕਸ ਆਨਲਾਈਨ ਅਦਾ ਕਰ ਸਕਦੇ ਹਨ। ਅਮਨ ਨੇ ਫਿਰ ਸੁਧੀਰ ਨੂੰ ਪੁੱਛਿਆ ਕਿ ਕੋਈ ਇਨਕਮ ਟੈਕਸ ਰਿਟਰਨ ਕਿਵੇਂ ਫਾਈਲ ਕਰ ਸਕਦਾ ਹੈ। ਸੁਧੀਰ ਨੇ ਜਵਾਬ ਦਿੱਤਾ, ਹਰ ਸਾਲ ਤੁਹਾਨੂੰ ਇਨਕਮ ਟੈਕਸ ਵਿਭਾਗ ਦੁਆਰਾ ਦਰਸਾਏ ਇਨਕਮ ਟੈਕਸ ਰਿਟਰਨ ਫਾਰਮਾਂ ਦੀ ਵਰਤੋਂ ਕਰਕੇ ਇਨਕਮ ਟੈਕਸ ਰਿਟਰਨ ਭਰਨੀ ਚਾਹੀਦੀ ਹੈ। ਇੱਥੇ ਕੁਝ ITR ਫਾਰਮਾਂ ਬਾਰੇ ਜਾਣਕਾਰੀ ਹੈ। ITR 2 ਤਨਖਾਹ, ਪੈਨਸ਼ਨ, ਇੱਕ ਤੋਂ ਵੱਧ ਜਾਇਦਾਦ ਦਾ ਕਿਰਾਇਆ, ਪੂੰਜੀ ਲਾਭ,
ਪਿਛਲੇ ਸਾਲਾਂ ਤੋਂ ਅੱਗੇ ਪੂੰਜੀ ਘਾਟੇ ਅਤੇ ਹੋਰ ਸਰੋਤਾਂ ਤੋਂ ਆਮਦਨ ਲਈ ਹੈ। ITR 3 ਤਨਖਾਹ ਪੈਨਸ਼ਨ, ਪੂੰਜੀ ਲਾਭ, ਹੋਰ ਸਰੋਤਾਂ ਤੋਂ ਆਮਦਨ ਅਤੇ ਫਾਰਮਾਂ ਤੋਂ ਆਮਦਨ ਲਈ ਹੈ। ITR 4 ITR 3 ਵਿੱਚ ਆਮਦਨੀ ਦੇ ਸਰੋਤਾਂ, ਵਪਾਰ, ਪੇਸ਼ੇ ਤੋਂ ਆਮਦਨ, ਛੋਟੇ ਕਾਰੋਬਾਰੀ ਮਾਲਕਾਂ ਲਈ ਆਮਦਨ, ਸਾਲ ਵਿੱਚ 60 ਲੱਖ ਤੋਂ ਘੱਟ ਲਈ ਹੈ। ITR 4S ਛੋਟੇ ਕਾਰੋਬਾਰੀਆਂ ਦੀ ਆਮਦਨ ਲਈ ਹੈ, ਸਾਲ ਵਿੱਚ 60 ਲੱਖ ਤੋਂ ਘੱਟ। ਇਨਕਮ ਟੈਕਸ ਰਿਟਰਨ ਆਨਲਾਈਨ ਭਰਨਾ ਕੁਝ ਅਪਵਾਦਾਂ ਨੂੰ ਛੱਡ ਕੇ ਟੈਕਸ ਦਾਤਿਆਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ। ਕੋਈ ਵੀ www.incometax.gov.in ਤੇ ਖਾਤਾ ਬਣਾ ਸਕਦਾ ਹੈ ਅਤੇ ਰਿਟਰਨ ਭਰਨ ਲਈ ਉਪਲਬਧ ਵੱਖ-ਵੱਖ ਇਨਕਮ ਟੈਕਸ ਰਿਟਰਨ ਫਾਰਮਾਂ ਦੀ ਵਰਤੋਂ ਕਰ ਸਕਦਾ ਹੈ। ਇਨਕਮ ਟੈਕਸ ਵਿਭਾਗ ਹੁਣ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਵੱਖ-ਵੱਖ ITR ਵੈਰੀਫਿਕੇਸ਼ਨ ਵਿਧੀਆਂ ਦੀ ਪੇਸ਼ਕਸ਼ ਕਰਦਾ ਹੈ। ਅੱਗੇ ਸੁਧੀਰ ਨੇ ਅਮਨ ਨੂੰ ਟੈਕਸ ਭਰਨ ਦੇ ਇੱਕ ਬਹੁਤ ਹੀ ਮਹੱਤਵਪੂਰਨ ਪਹਿਲੂ ਬਾਰੇ ਸਮਝਾਇਆ। ਸਥਾਈ ਖਾਤਾ ਨੰਬਰ, ਜਿਸ ਨੂੰ ਪੈਨ ਵੀ ਕਿਹਾ ਜਾਂਦਾ ਹੈ। ਪੈਨ ਇੱਕ 10 ਅੰਕਾਂ ਵਾਲਾ ਅੱਖਰ ਅੰਕ ਹੈ ਜੋ ਕਿ ਆਮਦਨ ਕਰ ਵਿਭਾਗ ਦੁਆਰਾ ਇੱਕ ਲੈਮੀਨੇਟਡ ਕਾਰਡ ਦੇ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ। ਇੱਕ ਪੈਨ ਨੰਬਰ ਹਮੇਸ਼ਾ ਵਰਣਮਾਲਾ ਅਤੇ ਸੰਖਿਆਤਮਕ ਦਾ ਮਿਸ਼ਰਣ ਹੁੰਦਾ ਹੈ, ਜਿਵੇਂ ਕਿ ਨਮੂਨੇ ਵਿੱਚ ਦਿਖਾਇਆ ਗਿਆ ਹੈ। ਇਨਕਮ ਟੈਕਸ ਰਿਟਰਨ ਭਰਦੇ ਸਮੇਂ ਜਾਂ ਕਿਸੇ ਵੀ ਇਨਕਮ ਟੈਕਸ ਅਥਾਰਟੀ ਨਾਲ ਕਿਸੇ ਵੀ ਪੱਤਰ ਵਿਹਾਰ ਲਈ ਪੈਨ ਦਾ ਹਵਾਲਾ ਦੇਣਾ ਲਾਜ਼ਮੀ ਹੈ। ਇਨਕਮ ਟੈਕਸ ਦੀਆਂ ਬੁਨਿਆਦੀ ਗੱਲਾਂ ਜਾਣਨ ਤੋਂ ਬਾਅਦ ਅਮਨ ਨੇ ਆਪਣੇ ਦੋਸਤ ਸੁਧੀਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਦੱਸਿਆ ਕਿ ਇਸ ਨਾਲ ਉਸ ਨੂੰ ਆਪਣੇ ਟੈਕਸ ਦੀ ਪ੍ਰਭਾਵਸ਼ਾਲੀ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ।